ਜਦੋਂ ਗੁਰਦੁਆਰਾ ਸਾਹਿਬ ਦੀ ਕੰਧਾਂ ਸਾਫ਼ ਕਰ ਰਹੇ ਸੀਗੇ 11,000 ਵੋਲਟੇਜ ਦੀ ਲਾਈਨ ਜਾ ਰਹੀ ਸੀ ਗੁਰਦੁਆਰੇ ਦੇ ਮੂਹਰੋਂ ਹੀ। ਉਹਨੇ ਘੋੜੀ ਆਪਣੇ ਵੱਲ ਹੀ ਖਿੱਚ ਲਈ ਥੋੜੀ ਦੂਰ ਤੋਂ ਹੀ। ਜਦੋਂ ਕਰੰਟ ਲੱਗਿਆ ਸੀਗਾ ਫਿਰ ਸਾਨੂੰ ਇੱਥੋਂ ਡੇਰਾਬੱਸੀ ਦੇ ਹਸਪਤਾਲ ਚ ਲੈ ਗਏ। ਇਹਦੇ ਉੱਥੋਂ ਤੋਂ ਜਵਾਬ ਦੇ ਦਿੱਤਾ। ਕੁਝ ਖਾਣ ਨੂੰ ਵੀ ਕਿਸੇ ਹੋਰ ਨੂੰ ਦੇਖਣਾ ਪੈਂਦਾ ਸੀ। ਪੀਜੀਆਈ ਵਾਲਿਆਂ ਨੇ ਲੱਤਾਂ ਬਾਹਾਂ ਕੱਟਦੀਆਂ ਸੀਗੀਆਂ ਕਿਉਂਕਿ ਲੱਤਾਂ ਬਾਹਾਂ ਬਿਲਕੁਲ ਕੰਮ ਕਰਨਾ ਬੰਦ ਕਰਦੀਆਂ ਸੀਗੀਆਂ। ਹੁਣ ਸਾਨੂੰ ਇਹਦਾ ਸਾਰਾ ਕੁਝ ਕਰਨਾ ਲੱਗਦਾ ਹੈ ਜੀ। ਜੇ ਹੁਣ ਤਾਰ ਦੇ ਜੀ, ਹੁਣ ਲਾਣਾ ਹੈ ਜੀ, ਜਿੱਥੇ ਬੈਠ ਗਿਆ ਤਾਰ ਦੀਏ। ਹੁਣ ਜ਼ਖਮ ਹੋਣ ਲੱਗ ਜਾਂਦੇ ਕਿ ਪਸੀਨਾ ਆਉਂਦਾ ਹੈ ਜੀ ਇਹਨਾਂ ਤੇ। ਬੇਬੇ ਜੀ ਦਾ ਵੀ ਇਸੇ ਵਿੱਚ ਹੀ ਅਧਰੰਗ ਦਾ ਝੋਲਾ ਆ ਗਿਆ ਸੀ ਬੇਬੇ ਜੀ ਨੂੰ ਵੀ। ਪਹਿਲਾਂ ਜੀ ਬਾਹਰ ਖੇਡਣ ਜਾਂਦਾ ਸੀਗਾ, ਹੁਣ ਨਹੀਂ ਜਾ ਸਕਦਾ। ਪਰਿਵਾਰ ਵਾਲੇ ਤਾਂ ਜੀ ਸਾਰੇ ਰੋਂਦੇ ਰਹਿੰਦੇ ਸੀਗੇ। ਕਦੇ ਕਦੇ ਜਾ ਆਉਂਦਾ ਆ ਪਰ ਉਹੀ ਨੇ ਨਾ ਵੀ ਬੂਟ ਬਾਟ ਨਿਕਲਣੇ ਔਖੇ ਨੇ ਨਾ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਤੁਸੀਂ ਬਣੇ ਹੋਏ ਹੋ। ਮੈਂ ਹਾਂ ਸੁਖ ਸੋਹਲ। ਜ਼ਿੰਦਗੀ ਦੇ ਬਹੁਤ ਸਾਰੇ ਰੰਗ ਸਾਨੂੰ ਇਸ ਜ਼ਿੰਦਗੀ ਦੇ ਵਿੱਚ ਮਾਣਨ ਨੂੰ ਮਿਲਦੇ ਨੇ, ਪਰ ਜ਼ਿੰਦਗੀ ਦੇ ਇਹਨਾਂ ਰੰਗਾਂ ਦੇ ਦੌਰਾਨ ਕਈ ਵਾਰ ਅਜਿਹੀਆਂ ਘਟਨਾਵਾਂ ਸਾਡੇ ਨਾਲ ਵਾਪਰ ਜਾਂਦੀਆਂ ਨੇ ਕਿ ਜਿਨ੍ਹਾਂ ਬਾਰੇ ਅਸੀਂ ਕਦੀ ਵੀ ਸੋਚਿਆ ਨਹੀਂ ਹੁੰਦਾ। ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਅੱਜ ਇੱਕ ਅਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਡੇਰਾਬੱਸੀ ਦੇ ਕੋਲ ਪਿੰਡ ਪਰਾਗਪੁਰ। ਇਸ ਪਿੰਡ ਦਾ ਇੱਕ 14-15 ਸਾਲ ਦਾ ਬੱਚਾ ਜੋ ਕਿ ਆਪਣੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਿਹਾ ਸੀ ਤੇ ਉੱਥੇ ਉਸ ਦੇ ਨਾਲ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਉਸ ਨੂੰ ਆਪਣੀਆਂ ਲੱਤਾਂ ਤੇ ਬਾਹਾਂ ਉਸ ਘਟਨਾ ਤੋਂ ਬਾਅਦ ਗਵਾਉਣੀਆਂ ਪੈਂਦੀਆਂ ਨੇ। ਸੋ ਬੱਚਾ ਸਾਡੇ ਨਾਲ ਇਹ ਗੱਲਬਾਤ ਕਰਦੇ ਹਾਂ, ਪੂਰੀ ਘਟਨਾ ਕੀ ਸੀ ਤੇ ਇਸ ਵੇਲੇ ਪਰਿਵਾਰ ਦੇ ਕੀ ਹਾਲਾਤ ਨੇ। ਕੁਲਵਿੰਦਰ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੁਲਵਿੰਦਰ, ਕੀ ਕੁਛ ਉਸ ਦਿਨ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ? ਤੁਸੀਂ ਸੇਵਾ ਕਰਨ ਗਏ ਸੀ ਤੇ ਜੋ ਕੁਛ ਤੁਹਾਡੇ ਨਾਲ ਉਸ ਵੇਲੇ ਵਾਪਰਿਆ, ਕਿੰਨੇ ਕੁ ਲੋਕ ਸਨ ਉੱਥੇ ਤੇ ਕੀ ਪੂਰੀ ਘਟਨਾ ਕੀ ਸੀ? ਜੀ 3 ਜਨਵਰੀ ਨੂੰ 2019 ਚ ਮੈਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਗਿਆ ਸੀ। ਉੱਥੇ ਗੁਰਦੁਆਰਾ ਸਾਹਿਬ ਦੀ ਜੋ ਬਾਹਰਲੀ ਕੰਧਾਂ ਸੀ ਉਹਨਾਂ ਉੱਤੇ ਜਾਲੇ ਲੱਗੇ ਹੋਏ ਸੀ, ਉਹਨਾਂ ਨੂੰ ਸਾਫ਼ ਕਰ ਰਹੇ ਸੀਗੇ। ਅਸੀਂ ਜਦੋਂ ਗੁਰਦੁਆਰਾ ਸਾਹਿਬ ਦੀ ਕੰਧਾਂ ਸਾਫ਼ ਕਰ ਰਹੇ ਸੀਗੇ ਤਾਂ ਅਸੀਂ ਥੋੜੀ ਅੱਗੇ ਨੂੰ ਹੋਣ ਲੱਗੇ। ਇੱਕ ਕੰਧ ਤਾਂ ਸਾਹਮਣੇ ਸਾਫ਼ ਕਰਦੀ ਸੀਗੀ, ਜਦੋਂ ਅਸੀਂ ਦੂਜੀ ਕੰਧ ਵੱਲੋਂ ਜਾਣ ਲੱਗੇ ਤਾਂ ਉੱਥੇ ਹੀ 11,000 ਵੋਲਟੇਜ ਦੀ ਲਾਈਨ ਜਾ ਰਹੀ ਸੀ ਗੁਰਦੁਆਰੇ ਦੇ ਮੂਹਰੋਂ ਹੀ। ਉਹਨੇ ਘੋੜੀ ਆਪਣੇ ਵੱਲ ਹੀ ਖਿੱਚ ਲਈ ਥੋੜੀ ਦੂਰ ਤੋਂ ਹੀ। ਅੱਛਾ, ਤੁਸੀਂ ਸਿਰਫ ਆਲੇ ਦੁਆਲੇ ਦੇ ਤੁਹਾਡੇ ਸਾਥੀ ਬੱਚੇ ਹੀ ਸੀ ਕਿ ਹੋਰ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜਾਂ ਕੁਝ ਸਿਆਣੇ ਲੋਕ ਪਿੰਡ ਦੇ ਉਹ ਵੀ ਉੱਥੇ ਮੌਜੂਦ ਸਨ? ਨਹੀਂ ਜੀ, ਕੋਈ ਬਜ਼ੁਰਗ ਲੋਕ ਤਾਂ ਹੈਗੇ ਨਹੀਂ ਸੀਗੇ, ਨਾ ਉੱਥੇ ਕੋਈ ਵੀ ਬੰਦਾ ਸੀ। ਉੱਥੇ ਜਨਾਨੀਆਂ ਸੀਗੀਆਂ ਬਸ, ਨਾਲੇ ਬੱਚੇ ਸੀਗੇ। ਇੱਕ ਤੁਹਾਡਾ ਹੋਰ ਸਾਥੀ ਵੀ ਸੀ ਜਿਹਨੂੰ ਕਰੰਟ ਲੱਗਾ ਸੀ? ਹਾਂਜੀ, ਉਹ ਵੀ ਮੇਰੇ ਨਾਲ ਹੀ ਸੇਵਾ ਕਰ ਰਿਹਾ ਸੀਗਾ। ਤੇ ਫਿਰ ਕੀ ਕੁਝ ਹੋਇਆ? ਕੀ ਅਜਿਹਾ ਵਾਪਰਿਆ ਕਿ ਹਸਪਤਾਲ ਦੇ ਵਿੱਚ ਇਲਾਜ ਅਧੀਨ ਜਦੋਂ ਤੁਸੀਂ ਰਹੇ ਤੇ ਤੁਹਾਡੀਆਂ ਦੋਨਾਂ ਬਾਹਾਂ ਨੂੰ, ਦੋਨਾਂ ਲੱਤਾਂ ਨੂੰ ਤੁਹਾਡੇ ਤੋਂ ਵੱਖ ਕਰਨਾ ਪਿਆ? ਫਿਰ ਜੀ ਜਦੋਂ ਕਰੰਟ ਲੱਗਿਆ ਸੀਗਾ ਫਿਰ ਸਾਨੂੰ ਇੱਥੋਂ ਡੇਰਾਬੱਸੀ ਦੇ ਹਸਪਤਾਲ ਚ ਲੈ ਗਏ। ਇਹਦੇ ਉੱਥੋਂ ਤੋਂ ਜਵਾਬ ਦੇ ਦਿੱਤਾ। ਫਿਰ ਅਸੀਂ ਬੱਤੀ ਗਏ, ਬੱਤੀ ਵਾਲਿਆਂ ਨੇ ਵੀ ਜਵਾਬ ਦੇ ਦਿੱਤਾ। ਫਿਰ ਅਸੀਂ ਪੀਜੀਆਈ ਗਏ, ਪੀਜੀਆਈ ਚ ਮੇਰਾ ਇਲਾਜ ਚੱਲਿਆ। ਫਿਰ ਪੀਜੀਆਈ ਤੋਂ ਅਸੀਂ ਮਹੀਨਾ ਕੁ ਰਹੇ ਸੀਗੇ। ਉਹਨਾਂ ਨੇ ਪੀਜੀਆਈ ਵਾਲਿਆਂ ਨੇ ਲੱਤਾਂ ਬਾਹਾਂ ਕੱਟਦੀਆਂ ਸੀਗੀਆਂ ਕਿਉਂਕਿ ਲੱਤਾਂ ਬਾਹਾਂ ਬਿਲਕੁਲ ਕੰਮ ਕਰਨਾ ਬੰਦ ਕਰਦੀਆਂ ਸੀਗੀਆਂ। ਉਹਨਾਂ 'ਚ ਖੂਨ ਵੀ ਨਹੀਂ ਰਿਹਾ ਸੀਗਾ। ਤੇ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਉਸ ਵੇਲੇ ਜੀ ਮੇਰੀ ਉਮਰ 16 ਸਾਲ ਸੀ। ਤੇ ਜਦੋਂ ਡਾਕਟਰਾਂ ਨੇ ਫੈਸਲਾ ਲਿਆ ਕਿ ਤੁਹਾਡੀਆਂ ਲੱਤਾਂ ਬਾਹਾਂ ਜਿਹੜੀਆਂ ਨੇ ਹੁਣ ਤੁਹਾਡੇ ਤੋਂ ਵੱਖ ਕਰਨੀਆਂ ਪੈਣਗੀਆਂ, ਉਸ ਵੇਲੇ ਤੁਹਾਨੂੰ ਪਤਾ ਸੀ, ਇਲਮ ਸੀ ਇਸ ਚੀਜ਼ ਦਾ ਕਿ ਤੁਸੀਂ ਇਲਾਜ ਅਧੀਨ ਸੀ? ਨਹੀਂ ਜੀ, ਮੈਨੂੰ ਪਤਾ ਸੀਗਾ। ਪਤਾ ਸੀ? ਹਾਂਜੀ। ਪਹਿਲਾਂ ਵੀ ਕਦੀ ਗੁਰਦੁਆਰੇ ਸਾਹਿਬ ਜਾਂਦੇ ਰਹਿੰਦੇ ਸੀ ਸੇਵਾ ਦੇ ਉੱਤੇ? ਹਾਂਜੀ, ਰੋਜ਼ ਜਾਂਦਾ ਸੀਗਾ। ਕਿਹੜੀ ਕਲਾਸ ਦੇ ਵਿੱਚ ਸੀ ਉਸ ਵੇਲੇ? 8ਵੀਂ ਕਲਾਸ 'ਚ ਸੀਗਾ। ਅੱਛਾ,
ਤੇ ਉਸ ਤੋਂ ਬਾਅਦ ਜਦੋਂ ਇਹ ਪਤਾ ਲੱਗਦਾ ਹੈ ਤੁਹਾਨੂੰ ਕਿ ਅਜਿਹਾ ਤੁਹਾਡੇ ਨਾਲ ਵਾਪਰੇਗਾ, ਟੁੱਟੇ ਸੀ ਅੰਦਰੋਂ ਕਿ ਹੌਸਲਾ ਦਿੱਤਾ ਆਪਣੇ ਆਪ ਨੂੰ ਕਿ ਜਾਨ ਤਾਂ ਬਚ ਗਈ? ਹਾਂਜੀ। ਹੌਸਲਾ ਦਿੱਤਾ ਆਪਣੇ ਆਪ ਨੂੰ ਕਿ ਹਾਂ ਹਾਂਜੀ, ਵੀ ਚਲੋ ਜਾਨ ਬਚ ਗਈ, ਗਈ। ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉਹ 11,000 ਵੋਲਟ ਦੀਆਂ ਜਿਹੜੀਆਂ ਤਾਰਾਂ ਸਨ ਜਿਨ੍ਹਾਂ ਦੇ ਕਰੰਟ ਲੱਗਣ ਦੇ ਨਾਲ ਤੁਹਾਡੇ ਨਾਲ ਅਜਿਹਾ ਵਾਪਰਿਆ ਸੀ। ਪਰਿਵਾਰ ਦਾ ਕੀ ਹਾਲ ਸੀ ਉਸ ਵੇਲੇ? ਪਰਿਵਾਰ ਵਾਲੇ ਤਾਂ ਜੀ ਸਾਰੇ ਰੋਂਦੇ ਰਹਿੰਦੇ ਸੀਗੇ। ਬੇਬੇ ਜੀ ਦਾ ਵੀ ਇਸੇ ਵਿੱਚ ਹੀ ਅਧਰੰਗ ਦਾ ਝੋਲਾ ਆ ਗਿਆ ਸੀ ਬੇਬੇ ਜੀ ਨੂੰ ਵੀ। ਤੇ ਜਿਹੜਾ ਦੂਸਰਾ ਸਾਥੀ ਸੀ ਤੁਹਾਡੇ ਨਾਲ, ਉਹਦੇ ਨਾਲ ਕੀ ਵਾਪਰਿਆ? ਉਹਦੇ ਨਾਲ ਤਾਂ ਉਹ ਤਾਂ ਠੀਕ ਸੀਗਾ ਜੀ। ਉਹਦੇ ਬਸ ਇੱਕ ਹੱਥ ਥੋੜਾ ਜਿਹਾ ਮੁਸਿਆ ਹੋਇਆ ਹੈ ਗੁੱਟ ਕੋਲੋਂ। ਉਹਦੇ ਪੈਰ ਦੀ 3 ਉਂਗਲੀਆਂ ਕੱਟੀਆਂ ਹੋਈਆਂ ਸਨ, ਇੱਕ ਪੈਰ ਦਾ ਉਹਦਾ ਗੁੱਠਾ ਮੁਸਿਆ ਹੋਇਆ ਹੈ। ਤੇ ਕਿੰਨਾ ਕੁ ਬਦਲਾਅ ਫਿਰ ਜ਼ਿੰਦਗੀ ਦੇ ਵਿੱਚ ਆਇਆ? ਕੀ ਕੁਛ ਪਹਿਲਾਂ ਤੁਸੀਂ ਕਰਦੇ ਸੀ ਜਿਹੜਾ ਫਿਰ ਉਹ ਤੁਸੀਂ ਕਰਨਾ ਬੰਦ ਕਰ ਦਿੱਤਾ? ਪਹਿਲਾਂ ਜੀ ਬਾਹਰ ਖੇਡਣ ਜਾਂਦਾ ਸੀਗਾ, ਹੁਣ ਨਹੀਂ ਜਾ ਸਕਦਾ। ਕੀ ਖੇਡਦੇ ਹੁੰਦੇ ਸੀ? ਕ੍ਰਿਕਟ ਖੇਡਦਾ ਸੀਗਾ ਜੀ। ਨਾਲ ਦੇ ਮੇਰੇ ਨਾਲ ਜੋ ਪੜ੍ਹਦੇ ਸੀਗੇ ਉਹਨਾਂ ਨਾਲ ਲੁਕਣ ਮਿੱਚੀ ਖੇਡਦਾ ਸੀਗਾ, ਬਹੁਤ ਕੁਝ ਖੇਡਦੇ ਸੀਗੇ। ਤੇ ਪਰਿਵਾਰ ਨੇ ਕਿੰਨਾ ਕੁ ਹੌਸਲਾ ਦਿੱਤਾ ਤੁਹਾਨੂੰ ਕਿ ਪਰਿਵਾਰ ਦੀ ਹਾਲਤ ਜਿਹੜੀ ਸੀ ਕੋਈ ਜ਼ਿਆਦਾ ਚੰਗੀ ਨਹੀਂ ਸੀ ਉਸ ਵੇਲੇ? ਹਾਂਜੀ, ਪਰਿਵਾਰ ਵਾਲਿਆਂ ਨੇ ਵੀ ਹੌਸਲਾ ਦਿੱਤਾ ਮੈਨੂੰ ਬਹੁਤ। ਤੇ ਉਸ ਵੇਲੇ ਡਾਕਟਰਾਂ ਦੇ ਨਾਲ ਕੋਈ ਸਲਾਹ ਹੋਈ ਪਰਿਵਾਰ ਦੀ ਕਿ ਜੇਕਰ ਮੁੜ ਤੋਂ ਤੁਹਾਨੂੰ ਪਹਿਲਾਂ ਵਰਗਾ ਕਰਨਾ ਹੋਵੇ ਤਾਂ ਕੀ ਕੁਛ ਕਰਨਾ ਪਵੇਗਾ, ਕਿੰਨਾ ਖਰਚਾ ਆਵੇਗਾ? ਹਾਂਜੀ, ਅਸੀਂ ਮੋਹਾਲੀ ਗਏ ਸੀਗੇ, ਉਹਨਾਂ ਨੇ ਪੈਰ ਤਾਂ ਲਾ ਦਿੱਤੇ ਸੀ। ਹੁਣ ਜੀ ਉਹਨਾਂ ਨੂੰ ਹੱਥਾਂ ਬਾਰੇ ਵੀ ਪੁੱਛਿਆ ਸੀ, ਉਹ ਕਹਿ ਰਹੇ ਸੀਗੇ ਹੱਥ ਵੀ ਲੱਗ ਜਾਣਗੇ ਪਰ ਉਹ ਥੋੜੇ ਮਹਿੰਗੇ ਨੇ, 21 ਲੱਖ ਦਾ ਇੱਕ ਹੈ। ਜੇ ਸਾਨੂੰ ਮਤਲਬ ਕਿ ਕੁਝ ਇੱਦਾਂ ਦਾ ਹੀ ਲਵਾਉਣਾ ਹੈ ਵੀ ਜੋ ਮੁੱਠੀ ਬੰਦ ਕਰ ਲੇ ਔਰ ਮੁੱਠੀ ਖੋਲ ਲੇ, ਉਹ ਤਾਂ ਜੀ 2.5 ਲੱਖ ਦੇ ਕਹਿ ਰਹੇ ਸੀਗੇ ਇੱਕ। ਤੇ ਜੇ ਪ੍ਰੋਪਰ ਤੁਸੀਂ ਉਂਗਲਾਂ ਵੀ ਉਸ ਹੱਥ ਦੀਆਂ ਚੱਲਣ, ਤੁਸੀਂ ਮੂਵਮੈਂਟ ਵੀ ਕਰ ਸਕੋ ਤਾਂ 21 ਲੱਖ ਰੁਪਏ ਦਾ ਤੁਹਾਨੂੰ ਇੱਕ ਹੱਥ ਉਹਨਾਂ ਨੇ ਦੱਸਿਆ? ਹਾਂਜੀ। ਤੇ ਕਿੰਨਾ ਕੁ ਫਿਰ ਔਖਾ ਰਿਹਾ ਜਦੋਂ ਹਸਪਤਾਲ ਤੋਂ ਤੁਸੀਂ ਘਰ ਆਏ? ਕਿਉਂਕਿ ਸ਼ਾਇਦ ਹੁਣ ਉਸ ਹਿੰਮਤ ਦੇ ਨਾਲ ਤੁਸੀਂ ਬਹੁਤ ਕੁਝ ਇਸ ਹਾਲਤ ਦੇ ਵਿੱਚ ਵੀ ਕਰਨਾ ਸਿੱਖ ਗਏ ਹੋਵੋਗੇ, ਪਰ ਸ਼ੁਰੂ ਦੇ ਵਿੱਚ ਕਿੰਨੀ ਔਖਿਆਈ ਰਹੀ? ਪਹਿਲਾਂ ਤਾਂ ਜੀ ਬਸ ਕੁਝ ਖਾਣ ਨੂੰ ਵੀ ਕਿਸੇ ਹੋਰ ਨੂੰ ਦੇਖਣਾ ਪੈਂਦਾ ਸੀ, ਕੁਝ ਇੱਧਰ ਉੱਧਰ ਹੋਣਾ ਹੋਵੇ ਜਾਂ ਇੱਧਰ ਤੇ ਉੱਧਰ ਬੈਠਣਾ ਹੋਵੇ ਕੋਈ ਹੋਰ ਹੀ ਬਿਠਾਉਂਦਾ ਸੀਗਾ। ਹੁਣ ਤਾਂ ਜੀ ਪੈਰ ਲੱਗੇ ਨੇ, ਹੁਣ ਜਦੋਂ ਸਵੇਰੇ ਨਹਾ ਧੋ ਕੇ ਪੈਰ ਲੱਗ ਜਾਂਦੇ ਨੇ, ਮੈਂ ਆਪ ਹੀ ਘੁੰਮ ਲੈਂਦਾ ਸਾਰੇ 'ਚ। ਤੇ ਕੁਲਵਿੰਦਰ ਕੋਈ ਝੋਰਾ ਕੋਈ ਇਦਾਂ ਦਾ ਕਹਿ ਲਈਏ ਕਿ ਆਪਣੇ ਆਪ ਦੇ ਵਿੱਚ ਤੁਹਾਨੂੰ ਹੁੰਦਾ ਕਿ ਸ਼ਾਇਦ ਤੁਸੀਂ ਉਸ ਦਿਨ ਉੱਥੇ ਨਾ ਹੁੰਦੇ ਤਾਂ ਅਜਿਹਾ ਨਾ ਵਾਪਰਦਾ, ਕਿ ਹੁਣ ਹਾਲਾਤ ਦੇ ਮੁਤਾਬਕ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ? ਹਾਂਜੀ, ਪਹਿਲਾਂ ਤਾਂ ਲੱਗਦਾ ਸੀਗਾ ਜੀ ਜਦੋਂ ਮੇਰਾ ਲੱਗਿਆ ਸੀਗਾ ਕਰੰਟ, ਜਦ ਮੇਥੋਂ ਕੁਝ ਨਹੀਂ ਹੁੰਦਾ ਸੀਗਾ ਤਾਂ ਮੈਨੂੰ ਲੱਗਦਾ ਸੀ ਵੀ ਮੈਂ ਉੱਥੇ ਕਿਉਂ ਗਿਆ। ਹੁਣ ਤਾਂ ਲੱਤਾਂ ਲੱਗ ਗਈਆਂ ਨੇ, ਹੁਣ ਤਾਂ ਮੈਨੂੰ ਠੀਕ ਲੱਗਦਾ, ਹੁਣ ਤਾਂ ਮੈਂ ਸਭ ਕੁਝ ਹੌਲੀ ਹੌਲੀ ਕਰਨ ਲੱਗਿਆ ਜੀ। ਤੇ ਰੋਟੀ ਪਾਣੀ ਜਾਂ ਫਿਰ ਕੁਝ ਖਾਣਾ ਹੁੰਦਾ ਹੈ, ਕੁਝ ਕਰਨਾ ਹੁੰਦਾ, ਫਿਰ ਪਰਿਵਾਰ ਮਦਦ ਕਰਦਾ ਇਸ? ਹਾਂਜੀ। ਪਰਿਵਾਰ ਦੀ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਕੀ ਹਾਲਾਤ ਸਨ? ਕਿੰਨਾ ਕੁ ਆਰਥਿਕ ਬੋਝ ਇਸ ਘਟਨਾ ਦੇ ਕਰਕੇ ਪਰਿਵਾਰ ਤੇ ਪਿਆ? ਮੇਰੇ ਜੀ ਇਹ ਘਟਨਾ ਦੇ ਕਰਕੇ ਮੇਰੀ ਬੇਬੇ ਜੀ ਦਾ ਅਧਰੰਗ ਦਾ ਝੋਲਾ ਆ ਗਿਆ। ਪਹਿਲਾਂ ਤਾਂ ਮੇਰੇ ਕਰਕੇ ਹਸਪਤਾਲ 'ਚ ਰਹਿੰਦੇ ਰਹੇ ਸੀਗੇ PGI 'ਚ, ਫਿਰ ਬੇਬੇ ਨੂੰ ਅਧਰੰਗ ਦਾ ਝੋਲਾ ਆ ਗਿਆ, ਫਿਰ ਬੇਬੇ ਦਾ ਵੀ ਟੀਕਾ ਲਗਵਾਉਣ ਜਾਂਦੇ ਸੀਗੇ। ਤੇ ਜਦੋਂ ਇਹ ਘਟਨਾ ਵਾਪਰਦੀ ਹੈ, ਹੁਣ 1 ਸਾਲ ਦਾ ਸਮਾਂ ਬੀਤ ਚੁੱਕਿਆ, ਅਜੇ ਵੀ ਤੁਸੀਂ ਡਾਕਟਰਾਂ ਦੀ ਰਾਏ ਲੈ ਰਹੇ ਹੋ ਵੱਖ-ਵੱਖ ਹਸਪਤਾਲਾਂ 'ਚ ਜਾ ਕੇ ਕਿ ਕਿਸ ਤਰੀਕੇ ਦੇ ਨਾਲ ਮੁੜ ਤੋਂ ਤੁਸੀਂ ਜਿਹੜਾ ਫਿਰ ਪਹਿਲਾਂ ਵਰਗੇ ਹੋ ਸਕਦੇ ਹੋ। ਸੋ ਇਸ ਦੌਰਾਨ ਕੀ ਐਕਟੀਵਿਟੀਜ਼ ਜਿਹੜੀਆਂ ਤੁਸੀਂ ਘਰ ਦੇ ਵਿੱਚ ਰਹਿ ਕੇ ਕਰਦੇ ਹੋ? ਕੋਈ ਪਾਠ ਕਰਦੇ ਹੋਵੋਗੇ, ਕਿਤਾਬਾਂ ਪੜ੍ਹਦੇ ਹੋਵੋਗੇ? ਹਾਂਜੀ, ਕਿਤਾਬਾਂ ਵੀ ਪੜ੍ਹਦਾ, ਕਿਤਾਬਾਂ ਜੀ ਮੈਂ ਟਿਊਸ਼ਨ ਵੀ ਜਾਂਦਾ ਜੀ। ਹਾਂਜੀ, ਆਨਲਾਈਨ ਸਟੱਡੀ ਚੱਲ ਰਹੀ ਹੈ, ਪਾਠ ਵੀ ਕਰਦਾ। ਤੇ ਪੜ੍ਹਾਈ ਦੇ ਉੱਤੇ ਵੀ ਅਸਰ ਪਿਆ ਕਿਉਂਕਿ ਪਹਿਲਾਂ ਤਾਂ ਸਕੂਲ ਦੇ ਵਿੱਚ ਜਾਂਦੇ ਹੋਵੋਗੇ? ਹਾਂਜੀ, ਹੁਣ ਤਾਂ ਜੀ ਬਸ ਸਕੂਲ ਵਿੱਚ ਹੀ ਜਾਣਾ ਬੰਦ ਕਰਤਾ ਸੀਗਾ, ਹੁਣ ਇੱਥੇ ਟਿਊਸ਼ਨ ਜਾਂਦਾ। ਜੋ ਮੇਰੇ ਨਾਲ ਪੜ੍ਹਦੇ ਨੇ ਉਹ ਮੈਨੂੰ ਦੱਸ ਦਿੰਦੇ ਨੇ, ਉਹ ਜੋ ਟਿਊਸ਼ਨ ਵਾਲੀ ਦੀਦੀ ਨੇ ਉਹ ਮੈਨੂੰ ਕਰਾ ਦਿੰਦੇ ਨੇ ਉਹ ਕੰਮ।
ਵੈਸੇ ਕੀ ਸੁਪਨਾ ਕੀ ਹੈ ਕੁਲਵਿੰਦਰ ਦਾ ਕਿ ਕੀ ਬਣਨਾ ਹੈ ਜ਼ਿੰਦਗੀ ਦੇ ਵਿੱਚ? ਕੀ ਕੁਝ ਸੋਚਿਆ ਹੋਵੇਗਾ ਪੜ੍ਹ ਲਿਖ ਕੇ? ਹਾਂਜੀ, ਬਸ ਵੱਡਾ ਹੋ ਕੇ ਕੁਝ ਅਫਸਰ ਲੱਗ ਜਾ ਜਿਹਦੇ ਨਾਲ ਆਪਣੇ ਮੰਮੀ ਮਾਂ ਪਿਓ ਦਾ ਨਾਂ ਰੋਸ਼ਨ ਕਰ ਸਕਾਂ। ਪਹਿਲਾਂ ਕੀ ਸੋਚਿਆ ਸੀ, ਕੀ ਬਣਨਾ ਸੀ? ਪਹਿਲਾਂ ਤਾਂ ਜੀ ਅਜੇ ਕੁਝ ਨਹੀਂ ਸੋਚਿਆ ਸੀਗਾ। ਹੁਣ ਵੀ ਜਾਂਦੇ ਹੋ? ਕਿਉਂਕਿ ਉਹ ਤੁਸੀਂ ਦੱਸਿਆ ਕਿ ਪੈਰ ਜਿਹੜੇ ਨੇ ਡਾਕਟਰਾਂ ਨੇ ਲਗਾ ਦਿੱਤੇ ਨੇ, ਚਾਹੇ ਉਹ ਹਾਲਾਂਕਿ ਡਾਕਟਰੀ ਇਲਾਜ ਦੇ ਨਾਲ ਲੱਗੇ ਨੇ। ਹਾਂਜੀ। ਤੇ ਗੁਰਦੁਆਰਾ ਸਾਹਿਬ ਜਾਂਦੇ ਹੋ ਫਿਰ ਮੁੜ ਤੋਂ? ਹਾਂਜੀ, ਕਦੇ ਕਦੇ ਜਾ ਆਉਂਦਾ ਆ, ਪਰ ਉਹ ਨੇ ਨਾ ਵੀ ਬੂਟ ਬਾਟ ਨਿਕਲਣੇ ਔਖੇ ਨੇ ਨਾ, ਜੇ ਕੋਈ ਨਾਲ ਹੁੰਦਾ ਫਿਰ ਮੈਂ ਜਾ ਕੇ ਆਉਂਦਾ। ਤੇ ਪਿੰਡ ਦੇ ਲੋਕਾਂ ਦਾ ਕਿਵੇਂ ਦਾ ਮੋਹ ਰਿਹਾ ਤੁਹਾਡੇ ਨਾਲ ਘਟਨਾ ਤੋਂ ਬਾਅਦ? ਬਹੁਤ ਸਾਰੇ ਲੋਕਾਂ ਨੂੰ ਆਲੇ ਦੁਆਲੇ ਵੀ ਪਤਾ ਲੱਗਾ ਹੋਵੇਗਾ। ਹਾਂਜੀ। ਕਿੰਨੇ ਕੁ ਲੋਕ ਫਿਰ ਤੁਹਾਡੇ ਕੋਲ ਆਉਂਦੇ ਸੀ, ਤੁਹਾਡੇ ਹੌਸਲੇ ਦੀ ਦਾਤ ਦਿੰਦੇ ਸੀ? ਹਾਂਜੀ, ਸਾਰੇ ਆਉਂਦੇ ਸੀਗੇ, ਲਾਗ ਪੜੋਸ ਚੋਂ ਸਾਰੇ ਆਉਂਦੇ ਸੀਗੇ, ਹੌਸਲਾ ਦਿੰਦੇ ਸੀਗੇ। ਤੇ ਹੁਣ ਕੀ ਪਰਿਵਾਰ ਨੇ ਕੀ ਫੈਸਲਾ ਕੀਤਾ ਹੈ? ਕਿਉਂਕਿ ਜਿਹੜੀ ਕੀਮਤ ਤੁਸੀਂ ਦੱਸ ਰਹੇ ਹੋ ਲੱਖਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਹੈ। ਤੇ ਕਿਉਂਕਿ ਤੁਹਾਡੇ ਪਰਿਵਾਰ ਨੇ ਕੁਝ ਲੋਕਾਂ ਤੋਂ ਮਦਦ ਵੀ ਮੰਗੀ ਸੀ ਕਿ ਉਹਨਾਂ ਦੀ ਮਦਦ ਦੇ ਨਾਲ ਹੀ ਤੁਹਾਡਾ ਇਲਾਜ ਹੋ ਸਕੇ। ਸੋ ਕੀ ਲੱਗ ਰਿਹਾ ਤੁਹਾਨੂੰ, ਸੰਭਵ ਲੱਗ ਰਿਹਾ? ਹਾਂਜੀ, ਕਰ ਰਹੇ ਨੇ ਲੋਕ ਹੈਲਪ, ਤਾਂ ਬਹੁਤ ਹੈਲਪ ਆ ਚੁੱਕੀ ਹੈ। ਅਜੇ ਵੀ ਹੋਰ ਵੀ ਜ਼ਰੂਰਤ ਹੈ? ਹਾਂਜੀ, ਹੈਗੀ ਹੈ ਜ਼ਰੂਰਤ। ਤੇ ਹੁਣ ਵੀ ਡਾਕਟਰੀ ਚੈੱਕਅਪ ਹੁੰਦਾ ਹੈ? ਰੈਗੂਲਰ ਜਾਂਦੇ ਹੋ ਹਸਪਤਾਲ ਦੇ ਵਿੱਚ? ਨਹੀਂ ਜੀ, ਪਹਿਲਾਂ ਜਾਂਦੇ ਸੀਗੇ PGI 'ਚ। ਉਹਨਾਂ ਨੇ ਫਿਰ ਕਹਿਦਾ ਸੀਗਾ ਵੀ ਜਦੋਂ ਤੁਹਾਨੂੰ ਕੋਈ ਤਕਲੀਫ ਆਵੇ ਜਾਂ ਕੁਝ ਹੋਵੇ ਤਾਂ ਸਾਡੇ ਕੋਲ ਆ ਜਾਇਓ। ਤੇ ਭੈਣ ਭਰਾਵਾਂ ਦੀ ਗੱਲ ਕੀਤੀ ਜਾਵੇ, ਘਰ ਦੇ ਵਿੱਚ ਭੈਣ ਭਰਾ ਵੀ ਨੇ, ਉਹਨਾਂ ਨੇ ਕਿਸ ਤਰੀਕੇ ਦਾ ਸਹਿਯੋਗ ਦਿੱਤਾ ਤੁਹਾਨੂੰ? ਸਾਂਭਦੇ ਨੇ ਹੁਣ ਤੁਹਾਨੂੰ, ਤੁਹਾਡੀ ਮਦਦ ਕਰਦੇ ਨੇ? ਹਾਂਜੀ, ਸਾਰੇ ਕਰਦੇ ਨੇ। ਪਾਣੀ ਜਦੋਂ ਮੈਂ ਕਹਿੰਦਾ ਮੈਨੂੰ ਪਾਣੀ ਪਿਲਾ ਦਿਓ, ਪਾਣੀ ਵੀ ਲਿਆ ਕੇ ਦਿੰਦੇ ਨੇ। ਮੇਰੇ ਭਰਾ ਮੇਰਾ ਪੈਰ ਵੀ ਜੋ ਇਹ ਪੈਰ ਨੇ ਇਹ ਲਾਉਂਦਾ ਹੈ ਜੀ। ਮੈਨੂੰ ਬਾੜੇ 'ਚ ਕਿੱਥੇ ਬਾਹਰ ਘੁੰਮਣ ਜਾਣਾ ਹੋਵੇ ਉਹ ਲੈ ਜਾਂਦੇ ਨੇ ਮੈਨੂੰ ਆਪਣੇ ਨਾਲ। ਤੇ ਕਦੀ ਹੁਣ ਅਜਿਹਾ ਅਫਸੋਸ ਨਹੀਂ ਹੋਇਆ ਕਿ ਕਿਉਂ ਗਏ ਉੱਥੇ, ਕਿ ਲੱਗਦਾ ਹੈ ਕਿ ਚਲੋ ਜੋ ਹੋਇਆ ਚੰਗਾ ਹੋਇਆ? ਕਿਉਂਕਿ ਇਸ ਤਰੀਕੇ ਦੇ ਨਾਲ ਛੋਟੀ ਉਮਰ ਦੇ ਵਿੱਚ ਕਰੰਟ ਲੱਗਣਾ ਤੇ ਉਸ ਤੋਂ ਬਾਅਦ ਜ਼ਿੰਦਗੀ ਬਚਣਾ ਹੀ ਮੈਨੂੰ ਲੱਗਦਾ ਸੀ ਕਿ ਤੁਹਾਡੇ ਲਈ ਉਸ ਵੇਲੇ ਸਭ ਕੁਝ ਸੀ। ਹਾਂਜੀ। ਤੇ ਕਿਸ ਤਰੀਕੇ ਦੇ ਨਾਲ ਫਿਰ ਆਪਣੇ ਆਪ ਨੂੰ ਮੋਟੀਵੇਟ ਕਰਦੇ ਰਹਿੰਦੇ ਹੋ ਹੁਣ? ਬਸ ਜੀ ਹੁਣ ਤਾਂ ਪੈਰ ਲੱਗੇ ਹੋਏ ਨੇ, ਬਸ ਇੱਧਰ ਉੱਧਰ ਘੁੰਮ ਲੈਂਦਾ, ਆਪਣਾ ਮਨ ਇੱਧਰ ਉੱਧਰ ਕਰਦਾ ਰਹਿੰਦਾ, ਇਸ ਬਾਰੇ ਸੋਚਦਾ ਘੱਟ। ਸੋ ਕੁਲਵਿੰਦਰ ਹੋਣੀ ਕਿਸ ਤਰੀਕੇ ਦੇ ਨਾਲ ਹੌਸਲੇ ਦੇ ਨਾਲ ਇਸ ਘਟਨਾ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਨੇ। ਇਹਨਾਂ ਦੇ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪਰਿਵਾਰ ਕੀ ਕੋਸ਼ਿਸ਼ਾਂ ਕਰ ਰਿਹਾ ਹੈ ਹੁਣ ਕੁਲਵਿੰਦਰ ਨੂੰ ਫਿਰ ਇੱਕ ਨਵੀਂ ਜ਼ਿੰਦਗੀ ਦੇਣ ਦੇ ਲਈ। ਮਾਤਾ ਜੀ, ਸਵਾਗਤ ਹੈ ਤੁਹਾਡਾ। ਅਸੀਂ ਚਾਹੁੰਦੇ ਜੀ ਇਹ ਅੱਛੀ ਤਰ੍ਹਾਂ ਜੀ ਪੜ੍ਹੇ ਲਿਖੇ ਤੇ ਆਪਣੇ ਉਹ ਜੋ ਵੀ ਮਦਦ ਮਿਲੇ, ਜੋ ਸਾਡੇ ਅਸੀਂ ਇੱਦਾਂ ਉਹ ਕਿਆ ਮੰਗ ਰਹੇ ਆ, ਸਾਡਾ ਬੱਚਾ ਚੱਲਣ ਲੱਗ ਜਾਏ ਜੀ, ਮੈਂ ਆਪਣਾ ਪੜ੍ਹ ਲਿਖ ਸਕੇ, ਹੱਥ ਅੱਛੇ ਲੱਗ ਜਾਣ ਜੀ, ਵੀ ਅਸੀਂ ਪੈਸੇ ਸਾਡੀ ਹੈਸੀਅਤ ਮਿਲੀ ਵੀ ਅਸੀਂ ਇੰਨੇ ਵਧੀਆ ਉਹ ਕਰਾ ਸਕੀਏ ਜੀ। ਅਸੀਂ ਜੀ ਇਹੀ ਮਦਦ ਚਾਹੁੰਦੇ ਹਾਂ ਜੀ, ਸਾਡਾ ਬੱਚਾ ਪਹਿਲਾਂ ਦੀ ਤਰ੍ਹਾਂ ਤੁਰਨ ਫਿਰਨ ਲੱਗ ਜਾਏ ਜੀ। ਹੌਸਲਾ ਦਿੱਤਾ ਸੀ ਪਰਿਵਾਰ ਨੇ ਫਿਰ ਕੁਲਵਿੰਦਰ ਨੂੰ ਜਦੋਂ ਇਹ ਘਟਨਾ ਵਾਪਰੀ ਸੀ? ਕਿਉਂਕਿ ਇੱਕ ਮਾਂ ਤਾਂ ਸ਼ਾਇਦ ਤੁਸੀਂ ਸਭ ਤੋਂ ਜ਼ਿਆਦਾ ਟੁੱਟੇ ਹੋਵੋ ਆਪਣੇ ਬੱਚੇ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ, ਪਰ ਕੀ ਮਨ ਦੇ ਵਿੱਚ ਸੋਚਿਆ ਸੀ ਕਿ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਹੌਸਲਾ ਦੇਣਾ ਹੈ? ਬਸ ਜੀ ਆਪਣੇ ਆਪ ਹੀ ਬਸ ਜੀ ਇਹ ਸਾਨੂੰ ਇਹ ਹੌਸਲਾ ਦਿੰਦਾ ਸੀ ਜੀ। ਇਹ ਤਾਂ ਬਹੁਤ ਹਿੰਮਤ ਵਾਲਾ ਸੀ ਜੀ ਲੜਕਾ ਦਾ। ਇਹ ਹੋਰਾਂ ਦਾ ਅਸੀਂ ਕਿਹਾ ਇਹਨੂੰ ਇਹਦਾ ਪਤਾ ਨਹੀਂ ਰੱਬ ਦਾ ਹੀ ਰੂਪ ਇਹਦੇ ਵਿੱਚ ਵਸਿਆ ਸੀ ਜੀ। ਇਹ ਸਾਨੂੰ ਹੌਸਲਾ ਦਿੰਦਾ ਸੀ। ਅਸੀਂ ਜੇ ਉਹ ਕਹਿੰਦੇ ਸੀ ਜੀ, ਕਹਿੰਦੇ ਤੁਸੀਂ ਚੁੱਪ ਹੋ ਜਾਂਦੇ ਹੈ ਜੀ। ਸਾਰਿਆਂ ਨੂੰ ਜੀ ਪਰਿਵਾਰ ਜੋ ਹਸਪੀਟਲ ਵਿੱਚ ਦਾਦੀ ਇਹਨਾਂ ਦੀ ਜੀ ਬਿਮਾਰ ਹੋਈ ਹੈ ਜੀ, ਉੱਥੇ ਦਾ ਵੀ ਇਹੀ ਕਹਿੰਦਾ ਸੀ ਵੀ ਤੁਸੀਂ ਰੋ ਨਾ, ਮੈਂ ਠੀਕ ਹੋ ਜਾਵਾਂਗਾ। ਹਾਂਜੀ, ਬਸ ਹੌਸਲਾ ਜਦ ਸਾਨੂੰ ਪਤਾ ਲੱਗਿਆ ਜੀ ਵੀ ਇਸ ਤਰ੍ਹਾਂ ਹੋ ਗਿਆ,
ਬਹੁਤ ਦੁੱਖ ਹੋਇਆ ਜੀ ਵੀ ਸਾਡੇ ਅੱਖਾਂ ਮੂਹਰੇ ਖੇਡਦਾ ਖਾਂਦਾ ਬੱਚਾ ਇਕੱਲਾ ਕਿਸ ਤਰ੍ਹਾਂ ਬੈਠੇ। ਕਿਵੇਂ ਇਸ ਘਟਨਾ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਦਾ ਸੁਭਾਅ ਸੀ, ਕੀ ਐਕਟੀਵਿਟੀ ਸੀ, ਸੇਵਾ ਕਰਨ ਗੁਰਦੁਆਰੇ ਜਾਂਦੇ ਸੀ, ਖੇਡਦੇ ਵੀ ਸੀ, ਹੋਰ ਕੀ ਬਣਨ ਦਾ ਚਾਅ ਸੀ ਜਾਂ ਤੁਹਾਡਾ ਕੀ ਸੁਪਨਾ ਸੀ ਕਿ ਕੁਲਵਿੰਦਰ ਕੀ ਬਣੇ? ਬਸ ਜੀ ਪੜ੍ਹ ਲਿਖ ਕੇ ਜੀ ਕੋਈ ਆਪਣੇ ਅੱਛੀ ਜੌਬ ਕਰੇ ਜੀ, ਬਸ ਮਾँ ਬਾਪ ਦਾ ਹਰੇਕ ਦਾ ਸੁਪਨਾ ਹੁੰਦਾ ਜੀ ਮੇਰਾ ਬੱਚਾ ਲਾਇਕ ਹੋਏ ਜੀ। ਬਸ ਜੀ ਪੜ੍ਹਾਉਣਾ ਚਾਹੁੰਦੇ ਜੀ, ਬਸ ਜੋ ਹੋ ਗਏ ਹੁਣ ਤਾਂ। ਤੇ ਫਾਦਰ ਸਾਹਿਬ ਕੀ ਕਰਦੇ ਨੇ ਇਹਨਾਂ ਦੇ? ਇਹਦੇ ਫਾਦਰ ਜੀ ਟਾਇਰ ਪੈਂਚਰਾਂ ਦਾ ਕੰਮ ਕਰਦੇ। ਤੇ ਹੁਣ ਡਾਕਟਰ ਕਿੰਨਾ ਕੁ ਖਰਚਾ ਕਹਿ ਰਹੇ ਨੇ, ਕੀ ਤੁਹਾਨੂੰ ਲੱਗ ਰਿਹਾ ਹੈ ਕਿ ਸੰਭਵ ਅਜਿਹਾ ਹੋ ਸਕਦਾ ਹੈ ਕਿਉਂਕਿ ਵਿੱਤੀ ਹਾਲਤ ਪਰਿਵਾਰ ਦੀ ਬਹੁਤੀ ਚੰਗੀ ਨਹੀਂ ਹੈ? ਤੁਹਾਨੂੰ ਲੱਗਦਾ ਹੈ ਕਿ ਜੇਕਰ ਲੋਕ ਸਹਿਯੋਗ ਕਰਨ, ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਲੋਕ ਮਦਦ ਕਰਦੇ ਨੇ ਕੁਲਵਿੰਦਰ ਦੀ ਤਾਂ ਮੁੜ ਤੋਂ ਇਹਦੀ ਜ਼ਿੰਦਗੀ ਜਿਹੜੀ ਹੈ ਪਹਿਲਾਂ ਵਰਗੀ ਹੋ ਸਕਦੀ ਹੈ? ਬਸ ਜੀ ਉਹ ਤਾਂ ਪਹਿਲਾਂ ਵਰਗੀ ਵੈਸੀ ਤਾਂ ਨਹੀਂ ਹੋ ਸਕਦੀ ਜਿਵੇਂ ਉਹ ਆ, ਵੈਸੇ ਜਿਸ ਤਰ੍ਹਾਂ ਇਹ ਸਾਨੂੰ ਕਰਨਾ ਲੱਗਦਾ ਹੈ ਜੀ, ਲਾਣਾ ਲੱਗਦਾ ਹੈ, ਇਸਤਰੀ ਹੱਥਾਂ ਦਾ ਵੀ ਹੈ ਜੀ। ਬਸ ਜੋ ਜ਼ਿੰਦਗੀ ਗੁਜ਼ਰ ਗਈ ਹੈ ਤਾਂ ਉਹ ਤਾਂ ਇਸ ਤਰ੍ਹਾਂ ਦੀ ਤਾਂ ਹੋਣੀ ਨਹੀਂ ਜੀ। ਜੋ ਬੱਚਾ ਆਪਣੇ ਖੇਡਦਾ ਖਾਂਦਾ ਸੀ ਜੀ, ਹੁਣ ਸਾਨੂੰ ਇਹਦਾ ਸਭ ਕੁਝ ਕਰਨਾ ਲੱਗਦਾ ਹੈ ਜੀ। ਦੇ ਜੇ ਹੁਣ ਤਾਰ ਦੇ ਜੀ, ਹੁਣ ਲਾਣਾ ਹੈ ਜੀ, ਜਿੱਥੇ ਬੈਠ ਗਿਆ ਤਾਰ ਦੀਏ, ਹੁਣ ਜ਼ਖਮ ਹੋਣਾ ਜਿਹਦੇ ਅੱਗੇ ਪਸੀਨਾ ਆਉਂਦਾ ਹੈ ਜੀ ਇਹਨਾਂ ਤੇ। ਬਸ ਜੀ ਫਿਰ ਲਗਾਣੇ ਲੱਗਦੇ, ਥੋੜੀ ਦੇਰ ਹਵਾ ਲਵਾ ਕੇ ਫਿਰ ਤਾਰਨੇ ਲੱਗਦੇ। ਇਹ ਜਿਹੜੀ ਇਹ ਚੀਜ਼ ਉਹਨਾਂ ਨੇ ਦਿੱਤੀ ਹੈ ਡਾਕਟਰਾਂ ਨੇ, ਕਿਉਂਕਿ ਹੁਣ ਗਰਮੀਆਂ ਨੇ, ਇਹ ਅਸੀਂ ਦੇਖ ਸਕਦੇ ਹਾਂ ਕਿ ਮੋਟੀ ਹੈ, ਸਿਆਲ ਦੇ ਵਿੱਚ ਅਜਿਹੀ ਚੀਜ਼ ਜਿਹੜੀ ਹੈ ਉਹ ਪੈਰਾਂ ਦੇ ਲਈ, ਲੱਤਾਂ ਦੇ ਲਈ ਆਪਾਂ ਵਰਤ ਸਕਦੇ ਹਾਂ। ਤੇ ਹੁਣ ਜਦੋਂ ਪਸੀਨਾ ਆਉਂਦਾ ਹੈ, ਤੁਸੀਂ ਡਾਕਟਰਾਂ ਦੇ ਨਾਲ ਨਹੀਂ ਸਲਾਹ ਕੀਤੀ ਕਿ ਕੋਈ ਪਤਲੀ ਗਰਮੀਆਂ ਦੇ ਲਈ? ਨਹੀਂ ਜੀ, ਉਹ ਫਿਰ ਇਸ ਦੇ ਨਾ ਅੰਦਰ ਉਹ ਰਗੜ ਮਾਰਨਗੇ ਜੇ ਪਤਲਾ ਕੱਪੜਾ ਹੋਏਗਾ ਜੀ। ਫਿਰ ਇਸ ਕਰਕੇ ਉਹਨਾਂ ਨੇ ਪਹਿਲਾਂ ਇਹ ਦਿੱਤੀ ਹੈ ਇੱਕ ਪਤਲਾ ਸਪੰਜ ਵਾਲਾ ਜੋ ਪਿਆ ਹੈ ਜੀ ਹੁੱਟਣ ਦੇ ਵਿੱਚ, ਉਹ ਦਿੱਤਾ ਜੀ ਲਾਉਣ ਨੂੰ। ਫਿਰ ਉੱਤੇ ਉੱਪਰ ਚੜਾਉਣ ਨੂੰ ਦਿੱਤਾ ਹੈ। ਫਿਰ ਵੀ ਕਾਫੀ ਉਹ ਲੱਗਦਾ ਹੈ ਜੀ, ਗਰਮੀ ਤਾਂ ਇਹਨੂੰ ਲੱਗਦੀ ਹੈ ਜੀ। ਫਿਰ ਉਤਾਰਨੇ ਚੜਾਉਣ ਦੀ ਉਹ ਲੱਗਦੀ, ਫਿਰ ਸੈਟਿੰਗ ਨਹੀਂ ਆਉਂਦੀ ਜੀ, ਫਿਰ ਦੁਬਾਰਾ ਲਾਉਣਾ ਪੈਂਦਾ ਜੀ। ਗਰਮੀਆਂ ਦੇ ਵਿੱਚ ਹੋਰ ਔਖਾ ਹੋ ਜਾਂਦਾ। ਤੇ ਹੁਣ ਕੀ ਦਿਲੀ ਇੱਛਾ ਕੀ ਹੈ ਤੁਹਾਡੀ ਕਿ ਕਿਵੇਂ ਲੋਕ ਮਦਦ ਕਰਨ ਪਰਿਵਾਰ ਦੀ ਜਾਂ ਕੁਲਵਿੰਦਰ ਦੀ ਮਦਦ ਕਰਨ? ਕੀ ਪਰਿਵਾਰ ਕੀ ਚਾਹੁੰਦਾ ਹੈ ਇਸ ਵੇਲੇ? ਬਸ ਜੀ ਇਹੀ ਹੈ ਜੀ ਵੀ ਜੋ ਲੋਕ ਮਦਦ ਕਰਨ ਜੀ, ਸਾਡਾ ਬੱਚਾ ਵੀ ਅੱਛੀ ਹੁਣ ਦਾ ਪੈਰਾਂ ਤੇ ਹੈ ਜੀ, ਵੀ ਜੇ ਹੱਥੇ ਵੀ ਲੱਗ ਜਾਣ, ਜੋ ਆਪਣੇ ਜ਼ਿਆਦਾ ਨਹੀਂ ਜੇ ਆਪਣੇ ਪੜ੍ਹ ਲਿਖ ਸਕੇ ਜੀ, ਹੋਰ ਤਾਂ ਇਹਦਾ ਕੁਛ ਹੋਣਾ ਨਹੀਂ ਜੀ ਬਸ ਕੰਮ। ਬਸ ਜੀ ਉਹ ਵੀ ਸੈਂਸਰ ਵਾਲੇ ਜੀ ਕੋਈ ਵੀ ਹੱਥ ਹੈ ਜੀ ਜੋ ਮਹਿੰਗੇ ਵਾਲੇ ਆ, ਉਹ ਲਿਖ ਪੜ੍ਹ ਸਕਦੇ ਆ ਜੀ ਬੈਠੇ ਬੈਠੇ ਆਪਣਾ। ਜਿਸ ਤਰ੍ਹਾਂ ਪੈਰ ਲੱਗ ਗਏ, ਜਿਸ ਤਰ੍ਹਾਂ ਵਧੀਆ ਵਾਲੇ ਤਾਂ ਵੈਸੇ ਹੱਥ ਕੰਮ ਕਰਨ ਵਾਲੇ ਹੋਣ ਜੀ, ਜਿਸ ਤਰ੍ਹਾਂ ਆਪ ਲਿਖ ਸਕੇ ਜੀ ਆਪਣੇ ਹੱਥਾਂ ਨਾਲ। ਇਹ ਚਾਹੁੰਦੇ ਆ ਜੀ ਸਾਡਾ ਬੱਚਾ ਵੀ। ਅੱਛਾ, ਜਦੋਂ ਇਹ ਘਟਨਾ ਵਾਪਰੀ ਸੀ, ਕਿਉਂਕਿ ਇਸ ਘਟਨਾ ਦੀ ਚਰਚਾ ਤੁਹਾਡੇ ਆਲੇ ਦੁਆਲੇ ਪੂਰੇ ਇਲਾਕੇ ਦੇ ਵਿੱਚ ਹੋਈ ਸੀ, ਕਿਸੇ ਲੋਕਲ ਪ੍ਰਸ਼ਾਸਨ ਨੇ ਜਾਂ ਫਿਰ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ, ਪਹੁੰਚ ਤੁਸੀਂ ਕੀਤੀ ਜਾਂ ਫਿਰ ਕਿਸੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਕਿ ਕੋਈ ਮਦਦ ਪਰਿਵਾਰ ਦੀ ਹੋ ਸਕੇ? ਨਹੀਂ ਜੀ, ਜਦ ਉਹ ਹਸਪੀਟਲ ਵਿੱਚ ਸੀ ਜੀ, ਜਦੋਂ ਹੀ ਆਉਂਦੇ ਸੀ ਜੀ ਉੱਥੋਂ ਦੇ ਇੱਧਰ ਐਨਕੇ ਸਨ ਮੈਂ ਜੀ ਇੱਥੇ, ਉਹ ਆਏ ਸੀ ਜੀ। ਫਿਰ ਉਸ ਤੋਂ ਬਾਅਦ ਨਹੀਂ ਜੀ, ਹੁਣ ਤਾਂ ਕਹਿੰਦੇ ਵੀ ਜਦੋਂ ਹੱਥਾਂ ਪੈਰਾਂ ਦੇ ਬਾਰੇ ਪਤਾ ਨਹੀਂ ਕਹਿੰਦੇ, ਹੁਣ ਤਾਂ ਲੋਕਡਾਊਨ ਲੱਗ ਗਿਆ ਜੀ। ਉਸ ਤੋਂ ਬਾਅਦ ਉਹਨਾਂ ਨੇ ਕੋਈ ਉਹ ਨਹੀਂ ਕੀਤਾ ਜੀ, ਆਣ ਕੇ ਇੱਕ ਵਾਰੀ ਆਏ ਸੀ ਜੀ ਜਦੋਂ ਇਹਦਾ ਕਰੰਟ ਲੱਗਿਆ ਸੀ ਜੀ, ਉਸ ਤੋਂ ਪਿੱਛੇ ਨਹੀਂ ਕੋਈ ਆਇਆ। ਉਸ ਤੋਂ ਬਾਅਦ ਕਿਸੇ ਨੇ ਮਦਦ ਨਹੀਂ ਕੀਤੀ ਪਰਿਵਾਰ ਦੀ? ਨਹੀਂ ਜੀ। ਸੋ ਕੋਈ ਅਪੀਲ ਕਰਨੀ ਚਾਹੁੰਦੇ ਹੋ ਦੇਖਣ ਵਾਲਿਆਂ ਨੂੰ ਕਿ ਪਰਿਵਾਰ ਦੀ ਬਾਂਹ ਫੜੀ ਜਾਵੇ ਤਾਂ ਜੋ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਬਾਹਾਂ ਜਿਹੜੀਆਂ ਨੇ ਉਹ ਕੁਲਵਿੰਦਰ ਨੂੰ ਲੱਗ ਸਕਣ, ਕਿਉਂਕਿ ਖਰਚਾ ਜਿਸ ਤਰੀਕੇ ਨਾਲ ਕੁਲਵਿੰਦਰ ਨੇ ਦੱਸਿਆ ਤਾਂ 30 ਤੋਂ 40 ਲੱਖ ਰੁਪਏ ਦਾ ਬਣਦਾ ਹੈ। ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖਣ ਵਾਲਿਆਂ ਨੂੰ? ਅਸੀਂ ਜੀ ਇਹੀ ਮੈਂ ਅਪੀਲ ਕਰਦੇ ਸਾਡੇ ਵੀ ਬੱਚਾ ਆਪਣਾ ਮਦਦ ਮਿਲੇ ਤਾਂ ਸਾਡਾ ਬੱਚਾ ਚੱਲ ਲਿਖਣ ਪੜ੍ਹਨ ਲੱਗ ਜਾਏ, ਤੁਰਨ ਫਿਰਨ ਲੱਗ ਜਾਏ, ਆਮ ਬੱਚਿਆਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰੇ। ਹਾਂਜੀ, ਅੱਗੇ ਜੋ ਪੜ੍ਹ ਲਿਖ ਸਕੇ ਜੀ, ਬਸ ਇਹੀ ਚਾਹੁੰਦੇ ਜੀ ਦਾ। ਸੋ ਬਿਲਕੁਲ ਪਰਿਵਾਰ ਇਸ ਵੇਲੇ ਬੇਵੱਸ ਹੈ, ਪਰ ਕੁਲਵਿੰਦਰ ਦੇ ਹੌਸਲੇ ਤੋਂ ਲੱਗਦਾ ਹੈ ਕਿ ਇਸ ਘਟਨਾ ਤੋਂ ਬਾਅਦ ਵੀ ਉਹ ਇਸ ਵੇਲੇ ਵੀ ਚੜ੍ਹਦੀ ਕਲਾ ਦੇ ਵਿੱਚ, ਇੱਕ ਉਮੀਦ ਦੇ ਵਿੱਚ ਕਿ ਜੇਕਰ
ਕੁਝ ਲੋਕ ਇਸ ਪਰਿਵਾਰ ਦੀ ਇਸ ਬੱਚੇ ਦੀ ਬਾਹ ਫੜਨ ਤਾਂ ਇਹ ਬੱਚਾ ਮੁੜ ਤੋਂ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕਦਮ ਪੁੱਟ ਸਕਦਾ ਹੈ, ਲਿਖ ਸਕਦਾ ਹੈ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਜਿਹੜਾ ਹੈ ਉਹ ਸੁਰੱਖਿਅਤ ਕਰ ਸਕਦਾ ਹੈ। ਸੋ ਉਮੀਦ ਕਰਦੇ ਹਾਂ ਕਿ ਸਾਡੀ ਇਹ ਕਹਾਣੀ, ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਦਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਤੁਹਾਡਾ ਆਪਣਾ ਤੁਹਾਡੇ ਲਈ।